अच्छा बेटा ਆਪਾਂ ਨੋਰਮਲ ਡਿਸਟ੍ਰੀਬਿਊਸ਼ਨ ਸ਼ੁਰੂ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਨਾ ਆਪਾਂ ਇਹਦਾ ਫੰਕਸ਼ਨ ਮੈਂ ਲਿਖਤਾ ਸੀਗਾ ਕੱਲ f(x) ਇਜ਼ ਇਕੁਅਲ ਟੂ 1/√2 ਪਾਈ b e ਦੀ ਪਾਵਰ ਸੀਗਾ ਆਪਣੇ ਕੋਲੇ -1/2 x - a ਓਵਰ b ਦਾ ਹੋਲ ਸਕੇਅਰ। x ਦੀ ਵੈਲਿਊ ਸੀਗੀ ਜਿਹੜੀ ਉਹ -∞ ਤੋਂ ਇਨਫਿਨਿਟੀ ਸੀ, b ਪੋਜ਼ੀਟਿਵ ਦਿੱਤਾ ਹੋਇਆ ਸੀ। ਜੇ ਗੌਰ ਨਾਲ ਦੇਖੋ b ਪੋਜ਼ੀਟਿਵ ਹੈ ਅਤੇ ਇਹ ਜਿਹੜਾ ਨੰਬਰ ਆ ਇਹ ਓਬਵੀਅਸਲੀ ਈ ਦੀ ਕੋਈ ਪਾਵਰ ਆ, ਭਾਵੇਂ ਪੋਜ਼ੀਟਿਵ ਹੋਵੇ ਨੈਗੇਟਿਵ ਹੋਵੇ, ਆਲ ਓਵਰ ਨੰਬਰ ਆ ਜਿਹੜਾ ਪੋਜ਼ੀਟਿਵ ਬਣੂਗਾ। ਠੀਕ ਆ, ਜਿਵੇਂ ਈ ਦੀ ਕੋਈ ਪਾਵਰ ਹੋਵੇ ਓਬਵੀਅਸਲੀ ਭਾਵੇਂ ਪੋਜ਼ੀਟਿਵ ਹੋਵੇ ਨੈਗੇਟਿਵ ਹੋਵੇ, ਨੰਬਰ ਆ ਜਿਹੜਾ ਉਹ ਆਪਣੇ ਕੋਲੇ ਪੋਜ਼ੀਟਿਵ ਹੀ ਬਣ ਜਾਣਾ ਹੁੰਦਾ ਟੋਟਲ। ਠੀਕ ਆ, ਜਾਣੀ ਕਿ ਇਹ ਨੰਬਰ ਤਾਂ ਪੂਰੇ ਦਾ ਪੂਰਾ ਜਿਹੜਾ ਹੈ ਪੋਜ਼ੀਟਿਵ ਹੀ ਰਹੂਗਾ। ਅੱਛਾ, ਉਸ ਤੋਂ ਬਾਅਦ ਇਹ ਵੀ ਪੋਜ਼ੀਟਿਵ ਆ, ਸੋ ਅਲਟੀਮੇਟਲੀ ਆਪਣੇ ਕੋਲੇ ਜਿਹੜਾ f(x) ਆ ਇਹ ਹਮੇਸ਼ਾ ਹੀ ਪੋਜ਼ੀਟਿਵ ਰਹੂਗਾ ਹਰੇਕ x ਵਾਸਤੇ। ਇੱਥੇ ਫॉर ਈਚ x ਵੀ ਲਿਖ ਸਕਦੇ ਆਪਾਂ, ਕਿਉਂਕਿ -∞ ਤੋਂ ਇਨਫਿਨਿਟੀ ਆ, ਸਾਰਾ ਹੀ ਵੈਲਿਊ ਇਹਦੇ 'ਚ ਕਵਰ ਹੋ ਜਾਂਦੀ ਹੈ। ਇਹਦਾ ਇੰਟੀਗ੍ਰੇਸ਼ਨ ਕੱਲ੍ਹ ਮੈਂ ਤੁਹਾਨੂੰ ਕਿਹਾ ਸੀਗਾ ਵੀ ਇੰਟੀਗ੍ਰੇਸ਼ਨ ਆ ਜਿਹੜਾ ਇਹ ਆਪੇ ਕਰਕੇ ਦੇਖ ਲਿਓ, -∞ ਤੋਂ ਇਨਫਿਨਿਟੀ ਉਹ 1 ਬਣੂਗਾ। ਠੀਕ ਆ, ਇਹ ਬੁੱਕ 'ਚ ਕੀਤਾ ਹੋਇਆ -∞ ਤੋਂ ਇਨਫਿਨਿਟੀ ਉਹ 1 ਬਣਦਾ। ਬਹੁਤ ਸੌਖਾ ਜਿਹਾ ਇੱਕ ਫਾਰਮੂਲਾ ਯਾਦ ਰੱਖਣਾ ਪਊਗਾ ਇੱਥੇ ਤੁਹਾਨੂੰ। ਇੰਟੀਗ੍ਰੇਸ਼ਨ ਇਹਨੇ ਕਿਵੇਂ ਕੀਤਾ ਇਹ ਬੁੱਕ 'ਚ ਦੇਖੋ, ਜਿਵੇਂ ਇਹ ਹੈ ਨਾ, ਇੱਥੇ ਇਹ ਜਿਹੜਾ ਨੰਬਰ ਆ x - a ਓਵਰ b ਇਹਨੂੰ y ਪੁੱਟ ਕਰਤਾ, ਫਿਰ ਇੰਟੀਗ੍ਰੇਸ਼ਨ ਕਰਤਾ। ਰਾਜੇ ਇਹਦੀ ਵੈਲਿਊ ਹੈ ਨਾ ਜਿਹੜੀ ਇਹ ਇਹਦਾ ਕੋਈ ਫਾਰਮੂਲਾ ਹੈ ਵੈਸੇ, ਗਾਮਾ ਡਿਸਟਰੀਬਿਊਸ਼ਨ ਹੈ ਨਾ, ਜਿਵੇਂ ਆਪਾਂ ਕੀਤੀ ਇੱਦਾਂ ਇੱਕ ਗਾਮਾ ਫੰਕਸ਼ਨ ਹੁੰਦਾ, ਇਹ ਐਨਾਲਿਸਿਸ 'ਚ ਆਉਂਦਾ ਹੁੰਦਾ। ਉਹਦੀ ਹੈਲਪ ਨਾਲ ਆਪਾਂ ਪ੍ਰੂਵ ਕਰ ਸਕਦੇ ਹਾਂ ਕਿ ਇਹਦਾ ਜਿਹੜਾ ਆਨਸਰ ਆ ਇਹ ਹਮੇਸ਼ਾ √2π ਹੁੰਦਾ। ਠੀਕ ਆ, ਇਹ ਤੁਸੀਂ ਆਪੇ ਕਰਨਾ। ਠੀਕ ਆ, ਇਹ ਇੰਟੀਗ੍ਰੇਸ਼ਨ ਕਰਕੇ ਦੇਖ ਲਿਓ, 2π ਨਾਲ 2π ਕੈਂਸਲ ਹੋ ਜਾਊਗਾ, ਇਹ 1 ਆਨਸਰ ਆ ਜਾਊਗਾ ਤੁਹਾਡਾ। ਹੁਣ ਮੈਂ ਇਹਦਾ ਮੂਵਮੈਂਟ ਜਨਰੇਟਿੰਗ ਫੰਕਸ਼ਨ ਕੱਢਣ ਲੱਗਾ। ਮੈਂ ਜਿਹੜਾ ਇਹਦਾ ਮੈਂ ਕੋਸ਼ਿਸ਼ ਕਰੂੰਗਾ ਵੀ ਸਾਰਾ ਕੁਛ ਹੀ ਕਰਾਵਾਂ, ਕਿਉਂਕਿ ਇਹ ਇੰਪੋਰਟੈਂਟ ਵੀ ਹੈ ਇੱਕ ਔਖਾ ਵੀ ਹੈ। ਸੋ ਮੂਵਮੈਂਟ ਜਨਰੇਟਿੰਗ ਫੰਕਸ਼ਨ, ਮੂਵਮੈਂਟ ਜਨਰੇਟਿੰਗ ਫੰਕਸ਼ਨ ਘੰਟੇ ਦੇ ਲੈਕਚਰ ਬਣਾਵਾਂਗੇ ਆਪਾਂ 10-12 ਸਾਰੇ, ਅਗਲੇ ਜਿੰਨੇ ਵੀ ਬਣਨਗੇ ਮੈਨੂੰ ਨਹੀਂ ਪਤਾ ਕਿੰਨੇ ਬਣਨਗੇ, ਪਰ ਆਪਾਂ ਬਣਾਉਣੇ ਘੰਟੇ ਦੇ ਹੀ ਆ। ਅੱਛਾ, ਇਹ ਕੀ ਹੈ, ਇਹ ਕਹਿੰਦੇ ਸ਼ੋਅ ਕਰੋ ਇਹ ਇਹਦੇ ਬਰਾਬਰ ਹੁੰਦਾ ਇਹਦਾ EAT 1/2 B² T²। ਠੀਕ ਆ, ਅੱਛਾ ਇਹਦੇ ਬਰਾਬਰ ਹੁੰਦਾ। ਹੁਣ ਇਹ ਕਿਵੇਂ ਕੈਲਕੂਲੇਟ ਕਰੀਏ? ਮੂਵਮੈਂਟ ਜਨਰੇਟਿੰਗ ਫੰਕਸ਼ਨ ਕੈਲਕੂਲੇਟ ਕਰਨ ਦਾ ਇੱਕ ਹੀ ਤਰੀਕਾ ਆਪਣੇ ਕੋਲੇ, ਐਕਸਪੋਨੈਂਸ਼ੀਅਲ ਐਕਸਪੈਕਟੇਸ਼ਨ e ਦੀ TX। ਇੱਥੇ ਇੰਟੀਗ੍ਰੇਸ਼ਨ ਆਊਗਾ ਅਤੇ ਆਊਗਾ ਵੀ -∞ ਤੋਂ +∞ ਤੱਕ, e ਦੀ TX ਆ ਜਾਊਗਾ, ਫਿਰ ਫੰਕਸ਼ਨ ਆ ਜਾਊਗਾ ਹੈ ਨਾ। ਫੰਕਸ਼ਨ ਆਪਣੇ ਕੋਲ ਦਿੱਤਾ ਹੀ ਆ ਪਿਆ ਵਾ, ਜਿਹੜਾ ਸਿੱਧਾ ਹੀ ਲਿਖਣ ਲੱਗਾ ਮੈਂ ਕੀ ਬਾਰ-ਬਾਰ ਆਪਾਂ ਹੈ ਨਾ ਲਿਖਾਂਗੇ ਹੁਣ 2π b e ਦੀ 1/2 x - a/b ਦਾ ਹੋਲ ਸਕੇਅਰ dx, ਇਹ ਆ ਗਿਆ। ਠੀਕ ਆ, ਹੁਣ ਇਸ ਤੋਂ ਬਾਅਦ ਵਾਲਾ ਜਿਹੜਾ ਕੰਮ ਆ ਇਹ ਆਪਾਂ ਥੋੜ੍ਹਾ ਜਿਹਾ ਸੋਚ ਕੇ ਕਰਨਾ। ਇੱਕ ਤਾਂ ਇਹਨੂੰ ਖੋਲ੍ਹ ਲਾਂਗੇ, ਕਈ ਵਾਰੀ ਨਾ ਇਹਦੇ ਸਕੇਅਰ ਕੰਪਲੀਟ ਕਰਨੇ ਪੈਂਦੇ ਆ ਰਾਜੇ, ਅਤੇ ਸਕੇਅਰ ਕੰਪਲੀਟ ਇਹਦੇ ਪਹਿਲਾਂ ਤਾਂ ਇਹਨੂੰ ਖੋਲ੍ਹੋ। ਠੀਕ ਹੈ, ਜਿਵੇਂ ਬੁੱਕ 'ਚ ਕੀਤਾ ਡਿਟੋ ਉਵੇਂ ਕਰ ਰਿਹਾ ਮੈਂ। 1/√2π b ਇਹਦਾ ਕੋਈ ਚੱਕਰ ਨਹੀਂ, ਇਹਨੂੰ ਬਾਹਰ ਹੀ ਪਿਆ ਰਹਿਣ ਤਾਂ। ਇਹਨੂੰ ਖੋਲ੍ਹ ਲਿਆ, ਇਹ ਕੀ ਬਣੂਗਾ e ਦੀ -1/2 ਕੀ ਆਊਗਾ ਪਿੱਛੇ x² -2ax +a², ਇਹ ਆ ਜਾਊਗਾ ਨਾ। ਪਰ ਰਾਜੇ ਦੇਖੋ ਇਹਦੇ 'ਚ ਜਿਹੜਾ e ਦੀ ਪਾਵਰ 'ਚ ਆ ਨਾ ਇਹ ਸਾਰਾ ਕੁਛ ਪਿਆ, ਅਤੇ e ਦੀ ਪਾਵਰ 'ਚ TX ਪਿਆ, ਸੋ ਮੈਂ ਇਹਨੂੰ ਵੀ ਵਿੱਚ ਲਿਆਉਣਾ ਚਾਹੁੰਦਾ। ਸੋ ਇਹ ਵਿੱਚ ਕਿਵੇਂ ਆਊਗਾ? ਸਭ ਤੋਂ ਪਹਿਲਾਂ ਦੇਖੋ ਇੱਥੇ B² ਆ ਜਾਊਗਾ ਹੈ ਨਾ, ਅਤੇ ਇੱਥੇ ਹੁਣ -1/2 ਪਿਆ ਹੋਇਆ ਇੱਥੇ, ਸੋ -2t ਇੱਥੇ ਲੱਗੂਗਾ ਰਾਜੇ, ਅਤੇ ਨਾਲ ਇੱਥੇ x ਵੀ ਆਊਗਾ। ਦੇਖੋ ਇਹਨੂੰ ਇਹਦੇ ਨਾਲ ਪ੍ਰੋਡਕਟ ਕਰਕੇ ਦੇਖੋ, -2 ਅਤੇ -2 ਇੱਥੇ +TX ਆ ਗਿਆ ਨਾ, ਸਮਝ ਲੱਗੀ। -1/2 ਬਾਹਰ ਪਿਆ, ਇੱਥੇ -2 ਅੰਦਰ ਆ ਗਿਆ, ਸੋ -2 ਨਾਲ -2 ਕੈਂਸਲ ਹੋ ਗਿਆ, +TX ਰਹਿ ਜਾਊਗਾ ਅਤੇ ਇਹ ਬਣ ਜਾਊਗਾ। ਯਾਨੀ ਕਿ ਇੱਥੇ -2TX ਲਾਉਣਾ ਪਊਗਾ ਆਪਾਂ ਨੂੰ। ਹੁਣ ਇਹਦਾ LCM ਲੈ ਕੇ ਅਗਲੇ ਸਟੈਪ 'ਚ ਆਪਾਂ ਇਹਨੂੰ ਸੋਲਵ ਕਰ ਲੈਂਦੇ ਹਾਂ। -∞ ਤੋਂ ਇਨਫਿਨਿਟੀ 1/2π b e ਦੀ -1/2 x² -2ax +a² -2b² TX। ਅੱਛਾ, ਇੱਥੇ DX ਵੀ ਲਾਉਣਾ ਸੀ,
ਓਵਰ ਬੀ ਸਕੇਅਰ ਇਹ ਆ ਗਿਆ, ਅਤੇ ਨਾਲ ਇੱਥੇ dx ਉਹ ਤਾਂ ਇੰਟੀਗ੍ਰੇਸ਼ਨ ਦਾ ਲੈਣੇ। ਹੁਣ ਅੱਗੇ ਆਪਾਂ ਕੀ ਕਰੀਏ, ਦੇਖੋ x ਵਾਲੇ ਤਾਂ ਕੰਬਾਈਨਡ ਹੀ ਕਰ ਲੈਂਦੇ ਹਾਂ, ਹੈ ਨਾ। ਇਹ ਜਿਹੜਾ x ਵਾਲਾ ਇਹਨੂੰ ਕੰਬਾਈਨਡ ਕਰੀਏ, ਉਸ ਤੋਂ ਬਾਅਦ ਇਹਦਾ ਸਕੇਅਰ ਕੰਪਲੀਟ ਕਰਾਂਗੇ। ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ 1/√2 ਪਾਈ ਬੀ ਈ ਦੀ -1/2 ਐਕਸ ਸਕੇਅਰ ਮਾਈਨਸ ਮੇਰੇ ਹਿਸਾਬ ਨਾਲ ਇੱਥੇ ਆਊਗਾ -2 ਬਾਹਰ ਆ ਜਾਊਗਾ, ਹੈ ਨਾ। ਏ ਪਲੱਸ ਬੀ ਸਕੇਅਰ ਟੀ ਆ ਜਾਊਗਾ ਨਾ, ਅਤੇ ਨਾਲ ਐਕਸ ਪਿਆ ਹੋਊਗਾ, ਪਿੱਛੇ ਏ ਸਕੇਅਰ ਆ ਗਿਆ ਅਤੇ ਨੀਚੇ ਬੀ ਸਕੇਅਰ ਆ ਗਿਆ, ਅਤੇ ਇੱਥੇ dx ਉਵੇਂ ਹੀ ਲੱਗਿਆ ਰਹੂਗਾ। ਹੁਣ ਰਾਜੇ ਇਹਦਾ ਜਿਹੜਾ ਹੈ ਆਪਾਂ ਇਹਨੂੰ ਸਕੇਅਰਿੰਗ 'ਚ ਲਿਜਾਣਾ, ਕੁਛ ਇਹਦੇ 'ਚ ਐਡ ਕਰਨਾ, ਕੁਛ ਇਹਦੇ 'ਚ ਘਟਾਉਣਾ। ਇਹ ਆਪਾਂ ਦੇਖਣਾ ਵੀ ਕੀ ਐਡ ਕਰਨਾ ਅਤੇ ਕੀ ਘਟਾਉਣਾ। ਜੇ ਮੈਂ ਇਹ ਚੀਜ਼ ਜਿਹੜੀ ਤੁਸੀਂ ਬੁੱਕ 'ਤੇ ਦੇਖ ਲਓ ਲਿਖੀ ਪਈ ਹੈ ਇਹ, ਜੇ ਮੈਂ ਇਹਦੇ 'ਚ ਪਹਿਲਾਂ ਤਾਂ ਇਹਨੂੰ ਲਿਖੀਏ ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ 1/√2 ਪਾਈ ਬੀ ਈ ਦੀ -1/2 ਐਕਸ ਸਕੇਅਰ -2 ਏ, ਫਿਰ ਆ ਗਿਆ ਬੀ ਸਕੇਅਰ ਟੀ, ਹੈ ਨਾ, ਐਕਸ ਪਲੱਸ ਏ ਸਕੇਅਰ, ਇਹ ਲਿਖਿਆ ਹੋਇਆ ਨਾ, ਓਵਰ ਕੀ ਸੀਗਾ ਬੀ ਸਕੇਅਰ, ਹੈ ਨਾ। ਇੱਥੇ ਕੀ ਆ dx ਪਿਆ, ਇਹ ਲਿਖਿਆ ਸੀ। ਇਹਦੇ 'ਚ ਐਡ ਕਰੋ, ਦੇਖੋ ਇਹਨੂੰ x ਦਾ ਕੋਫੀਸ਼ੀਐਂਟ ਸਕੇਅਰ ਕੰਪਲੀਟ ਕਰਨ ਲੱਗਾ ਮੈਂ, ਜਿਹੜਾ x ਦਾ ਕੋਫੀਸ਼ੀਐਂਟ ਇਹਨੂੰ 2 ਨਾਲ ਡਿਵਾਈਡ ਕਰੋ ਅਤੇ ਉਹਦਾ ਸਕੇਅਰ ਕਰ ਦਿਓ, ਕੀ ਬਣੂਗਾ a ਪਲੱਸ ਬੀ ਸਕੇਅਰ ਟੀ ਦਾ ਹੋਲ ਸਕੇਅਰ, ਅਤੇ ਇਸੇ ਨੂੰ ਹੀ ਘਟਾ ਦਿਓ, ਜਗ੍ਹਾ ਘੱਟ ਆ ਮੇਰੇ ਕੋਲ ਤਾਂ ਕਰਕੇ ਵਿੱਚ ਜੇ ਬਾੜ ਕੇ ਇੱਥੇ ਲਿਖਣ ਲੱਗਾ a ਪਲੱਸ ਬੀ ਸਕੇਅਰ ਟੀ ਦਾ ਹੋਲ ਸਕੇਅਰ, ਉਹੀ ਘਟਾਤਾ ਉਹੀ ਐਡ ਕਰਤਾ, ਠੀਕ ਆ। ਹੁਣ ਕੀ ਆਊਗਾ, ਜਿਹੜਾ ਤਾਂ ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ, ਇਹ ਥੋੜ੍ਹੇ ਜਿਹੇ ਲੰਬੇ ਕੁਐਸਚਨ ਆ, ਇੱਕ ਚੀਜ਼ ਦਾ ਯਾਦ ਰੱਖਿਓ, ਥੋੜ੍ਹਾ ਜਿਹਾ ਨਾ ਮਤਲਬ ਨੋਰਮਲ ਡਿਸਟਰੀਬਿਊਸ਼ਨ ਆਏ ਨਹੀਂ ਪੇਪਰ 'ਚ ਹੱਥ 'ਤੇ ਹੱਥ ਮਾਰ ਕੇ ਮੂਵਮੈਂਟ ਜਨਰੇਟਿੰਗ ਫੰਕਸ਼ਨ ਨਹੀਂ ਇਹਦੇ ਨਿਕਲਦੇ, ਥੋੜ੍ਹਾ ਜਿਹਾ ਤੰਗ ਕਰਦੇ ਆ ਇਹ। ਏ ਬੀ ਸਕੇਅਰ ਟੀ ਐਕਸ ਇਹਨੂੰ ਲਿਖ ਲਿਆ, ਇਹ ਜਿਹੜਾ ਪਲੱਸ ਵਾਲਾ ਇਹਨੂੰ ਇੱਥੇ ਲਿਖ ਲਿਆ ਤਾਂ ਕਿ ਸਕੇਅਰ ਕੰਪਲੀਟ ਹੋ ਸਕਣ, ਹੋ ਸਕੇਅਰ, ਹੈ ਨਾ, ਇਹ ਬਣ ਗਿਆ। ਅਤੇ ਉਦੋਂ ਬਾਅਦ ਜਿਹੜਾ ਇਹ ਲਾਸਟ ਵਾਲਾ ਰਹਿ ਗਿਆ, ਇਹ ਸਾਰਾ ਕੌਂਸਟੈਂਟ ਜੀ ਟਰਮ ਆ ਜਿਹੜੀ, ਇਹਨੂੰ ਪਿੱਛੇ ਕਰ ਲਓ, ਏ ਸਕੇਅਰ ਪਲੱਸ ਮਾਈਨਸ ਏ ਪਲੱਸ ਬੀ ਸਕੇਅਰ ਟੀ ਦਾ ਹੋਲ ਸਕੇਅਰ, ਇਹ ਪਿੱਛੇ ਆ ਗਈ, ਇੱਥੇ ਬੀ ਸਕੇਅਰ ਰਹਿ ਗਿਆ ਅਤੇ dx। ਰਾਜੇ ਹੁਣ ਦੇਖੋ ਜਿਹੜਾ ਇਹ ਆ, ਇਹ ਜਿਹੜਾ ਪਿੱਛੇ ਰਹਿ ਗਿਆ ਇਹਨੂੰ ਤਾਂ ਆਪਾਂ ਬਾਹਰ ਹੀ ਕੱਢ ਸਕਦੇ ਹਾਂ, ਹੈ ਨਾ, ਇਹਨੂੰ ਆਪਾਂ ਬਾਹਰ ਹੀ ਕੱਢ ਲੈਂਦੇ ਹਾਂ। ਈ ਦੀ -1/2 ਏ ਸਕੇਅਰ ਏ ਪਲੱਸ ਬੀ ਸਕੇਅਰ ਟੀ ਇਹਦਾ ਹੋਲ ਸਕੇਅਰ, ਇਹ ਬਾਹਰ ਹੀ ਆ ਗਿਆ। ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ 1/√2 ਪਾਈ ਬੀ ਅੰਦਰ ਰਹਿ ਗਿਆ, ਠੀਕ ਹੈ। ਈ ਦੀ -1/2 ਰਹਿ ਗਿਆ ਇੱਥੇ, ਹੈ ਨਾ। ਅੱਛਾ ਇਹਦਾ ਕੀ ਬਣ ਜਾਊਗਾ, ਇਹ ਜਿਹੜੀ ਇੰਨੀ ਚੀਜ਼ ਆ ਇਹਦਾ ਬਣ ਜਾਊਗਾ ਐਕਸ ਮਾਈਨਸ ਏ ਪਲੱਸ ਬੀ ਸਕੇਅਰ ਟੀ ਦਾ ਹੋਲ ਸਕੇਅਰ, ਅਤੇ ਨੀਚੇ ਬੀ ਵੀ ਹੈ ਨਾ, ਬੀ ਸਕੇਅਰ ਆ ਅਤੇ ਉਹਦਾ ਬੀ ਦਾ ਹੋਲ ਸਕੇਅਰ ਪੈ ਜਾਊਗਾ, ਤਾਂ ਸਕੇਅਰ ਉੱਪਰ ਹੀ ਲੈ ਗਿਆ ਮੈਂ ਬੀ ਦਾ ਵੀ, ਹੈ ਨਾ। ਅੱਛਾ ਹੁਣ ਇੱਕ ਚੀਜ਼ ਦੇਖੋ, ਇਹ ਚੀਜ਼ ਤਾਂ ਉਵੇਂ ਰਹਿ ਗਈ, ਇਹਨੂੰ ਸੋਲਵ ਵੀ ਕਰ ਲਓ ਜੇ ਕਰਨਾ ਤਾਂ, ਇਹਨੂੰ ਸੋਲਵ ਕਰਕੇ ਨਾ, ਅੱਛਾ ਇੱਕ ਇੱਥੇ ਮਿਸਟੇਕ ਹੋਈ ਹੈ ਜਾਂ ਨਹੀਂ ਹੋਈ, ਨਹੀਂ ਹੋਈ। ਮੈਨੂੰ ਇਹ ਲੱਗ ਰਿਹਾ ਵੀ ਇੱਥੇ ਬੀ ਸਕੇਅਰ ਵੀ ਆਉਣਾ ਸੀ, ਇਹ ਬੁੱਕ ਵਾਲੇ ਨੇ ਵੀ ਨਹੀਂ ਲਿਖਿਆ ਇੱਥੇ, ਇਹ ਦੇਖੋ ਨਾ, ਇਹ ਬੀ ਸਕੇਅਰ ਨੀਚੇ ਆਉਣਾ ਵਾ, ਬੁੱਕ 'ਤੇ ਵੀ ਸਹੀ ਕਰ ਲਓ। ਇਹਨੂੰ ਸਿੰਪਲੀਫਾਈ ਕਰੋ, ਜਿਹੜਾ ਇਹ ਚੀਜ਼ ਪਈ ਆ ਨਾ ਇੱਥੇ ਗਲਤੀ ਨਾਲ, ਸਾਰੇ ਦਾ ਸਕੇਅਰ ਨਹੀਂ ਸੀ, ਇਹ ਇਕੱਲੇ ਦਾ ਸਕੇਅਰ ਸੀ। ਇਹ ਨਿੱਕੀਆਂ ਚੀਜ਼ਾਂ ਨਾ ਧਿਆਨ ਰੱਖਿਓ, ਠੀਕ ਆ। ਆਹ ਦੇਖੋ ਨਾ ਇਕੱਲੇ ਦਾ ਸਕੇਅਰ ਆ, ਅਤੇ ਏ ਸਕੇਅਰ ਮੂਹਰੇ ਪਿਆ ਹੋਇਆ, ਇਹ ਬਾਹਰ ਆਉਣਾ ਸੀ, ਬੀ ਸਕੇਅਰ ਆਉਣਾ ਸੀ, ਅਤੇ -1/2 ਆਉਣਾ ਸੀਗਾ, ਇਹ ਚੀਜ਼ ਬਣ ਗਈ, ਹੈ ਨਾ। ਹੁਣ ਇਹਨੂੰ ਸਿੰਪਲੀਫਾਈ ਕਰ ਸਕਦੇ ਹਾਂ ਆਪਾਂ, ਇਹ ਜਿਹੜਾ ਸਾਰਾ ਇਹ ਜਿਹੜੀ ਉੱਪਰ ਚੀਜ਼ ਪਈ ਆ ਨਾ ਇਹ ਵਾਲੀ, ਇਹਨੂੰ ਜਦੋਂ ਸਿੰਪਲੀਫਾਈ ਕਰੋਗੇ ਬੁੱਕ 'ਤੇ ਲਿਖੀ ਹੋਈ ਹੈ, ਇਹ ਬਣ ਜੂਗੀ 2ab ਸਕੇਅਰ ਟੀ ਪਲੱਸ ਬੀ ਦੀ 4, ਆਹ ਦੇਖੋ ਨਾ ਸਕੇਅਰ ਬੀ ਦੀ 4 ਟੀ ਸਕੇਅਰ ਬਣ ਜਾਣਾ ਓਵਰ 2, ਨੀਚੇ ਨਾਲ ਪ੍ਰੋਡਕਟ ਹੋ ਜੂ 2b ਸਕੇਅਰ ਆ ਜਾਊਗਾ, ਠੀਕ ਆ। ਅਤੇ ਇਹ ਜਿਹੜਾ ਇਹਦੇ ਵੱਲ ਧਿਆਨ ਦਿਓ, ਹੁਣ ਇਹਦਾ ਆਨਸਰ ਕੀ ਆਉਣਾ,
ਇਹ ਜਿਹੜਾ ਸਾਰਾ ਪਿਛਲਾ ਪਿਆ ਇਹਦਾ ਆਨਸਰ ਕੀ ਆਉਣਾ? ਇਹਦਾ ਤਾਂ ਜਿਹੜਾ ਬਣ ਗਿਆ, ਇਹ ਬਣਾ ਕੇ ਦੇਖ ਲਿਓ, ਕੈਲਕੂਲੇਸ਼ਨ ਹੀ ਹੈ। ਏ ਸਕੇਅਰ ਨਾਲ ਦੇਖੋ ਇੱਥੇ ਏ ਸਕੇਅਰ ਬਣੂਗਾ, ਉਹ ਕੈਂਸਲ ਹੋ ਜਾਣਾ, ਠੀਕ ਹੈ। ਫਿਰ ਇਹਦਾ ਕੀ ਆਊਗਾ 2ab ਸਕੇਅਰ, ਆ ਪਿਆ 2ab ਸਕੇਅਰ, ਠੀਕ ਹੈ। ਇਹ ਨੈਗੇਟਿਵ ਤੇ ਇਹ ਨੈਗੇਟਿਵ ਬਾਹਰੋਂ ਆ ਗਈ ਨਾ, ਇਹ ਪੋਜ਼ਿਟਿਵ ਹੋ ਜਾਊਗਾ, ਇੱਥੇ 2ab ਸਕੇਅਰ ਆ ਜਾਊਗਾ ਅਤੇ ਫਿਰ ਇਹਦਾ ਸਕੇਅਰ ਆ ਜਾਊਗਾ। ਆ ਨੀਚੇ b ਸਕੇਅਰ ਉਵੇਂ ਪਿਆ, ਇਹ ਜਿਹੜਾ ਬਾਹਰ 2a ਇੱਥੇ ਆ ਗਿਆ। ਇਹਦਾ ਜਿਹੜਾ ਆਨਸਰ ਆ ਨਾ ਇਹ 1 ਹੋ ਜਾਣਾ। ਜੇ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਵੀ ਇਹ 1 ਕਿਉਂ ਆ ਗਿਆ ਤਾਂ ਇਹਦਾ ਮਤਲਬ ਤੁਹਾਡਾ ਕਲੀਅਰ ਹੋ ਗਿਆ ਕਨਸੈਪਟ। ਜੇ ਗੌਰ ਨਾਲ ਦੇਖੋ ਰਾਜੇ, ਆਪਣੇ ਕੋਲੇ ਜਿਹੜੀ ਡਿਸਟਰੀਬਿਊਸ਼ਨ ਆ ਦੇਖੋ ਸ਼ੁਰੂ 'ਚ ਜਿਹੜੀ ਆਪਾਂ ਲਿਖ ਕੇ ਚੱਲੇ ਸੀ, ਆਹ ਫੰਕਸ਼ਨ ਲਿਖਿਆ ਨਾ, ਨਾਰਮਲ ਡਿਸਟਰੀਬਿਊਸ਼ਨ ਦਾ ਇਹ ਫੰਕਸ਼ਨ। ਇੱਥੇ ਕੀ ਆ, a ਪਿਆ, ਇੱਥੇ b ਪਿਆ, ਇੱਥੇ ਸੇਮ b ਪਿਆ, ਇੱਥੇ √2π ਪਿਆ, ਇੱਥੇ -1/2 ਲੱਗਿਆ, ਇਹਦੀ ਸਕੇਅਰ ਕੀਤੀ ਹੋਈ ਆ। ਜੋ ਵੀ ਇਹ ਫੰਕਸ਼ਨ ਆ ਇਹਦਾ ਇੰਟੀਗ੍ਰੇਸ਼ਨ 1 ਆਉਂਦਾ ਹੁੰਦਾ, -∞ ਤੋਂ ∞, ਠੀਕ ਹੈ ਜੀ। ਹੁਣ ਇੱਕ ਚੀਜ਼ ਦੇਖੋ, ਮੈਨੂੰ ਨਹੀਂ ਪਤਾ ਇਹ ਕਿਹੜਾ ਫੰਕਸ਼ਨ ਆ, ਮੈਨੂੰ ਨਹੀਂ ਪਤਾ ਇਹ ਨਾਰਮਲ ਡਿਸਟਰੀਬਿਊਸ਼ਨ ਦਾ, ਜੋ ਵੀ ਫੰਕਸ਼ਨ ਹੈ ਇਹਦਾ ਇੰਟੀਗ੍ਰੇਸ਼ਨ ਹਮੇਸ਼ਾ ਹੀ -∞ ਤੋਂ ∞ 1 ਰਹਿਣਾ, ਠੀਕ ਹੈ ਜੀ। ਇਸੇ ਕਰਕੇ ਹੀ ਇਹਨੂੰ ਆਪਾਂ ਨਾਰਮਲ ਡਿਸਟਰੀਬਿਊਸ਼ਨ ਦੇ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ ਵਾਸਤੇ ਚੁਣਿਆ। ਜੇ ਇਹਦਾ ਇੰਟੀਗ੍ਰੇਸ਼ਨ 1 ਨਾ ਆਉਂਦਾ ਹੁੰਦਾ ਫਿਰ ਆਪਾਂ ਇਹਨੂੰ ਚੁਣਨਾ ਨਹੀਂ ਸੀਗਾ। ਹੁਣ ਇੱਕ ਚੀਜ਼ ਦੇਖੋ, ਇਹਨੂੰ ਤੇ ਇਹਨੂੰ ਕੰਪੇਅਰ ਕਰੋ, ਦੋਵਾਂ 'ਚ ਕੀ ਸਿਮਿਲੈਰਿਟੀ ਲੱਗਦੀ ਹੈ ਤੁਹਾਨੂੰ? ਇਹ ਜਿਹੜਾ ਬਾਕਸ 'ਚ ਪਿਆ ਤੇ ਇਹਨੂੰ ਕੰਪੇਅਰ ਕਰੋ, ਦੇਖੋ 1/√2π, b -1/2, b ਨੀਚੇ, x ਉੱਪਰ ਸਕੇਅਰ ਪਿਆ, ਇਹਦੇ ਵੀ ਸਕੇਅਰ ਪਿਆ, a ਦੀ ਜਗ੍ਹਾ ਤੇ ਇੱਥੇ ਕੀ ਆ ab ਸਕੇਅਰ t। ਤੇ ਇੱਥੇ ਕੋਈ ਕੰਡੀਸ਼ਨ ਹੈ a ਵਾਸਤੇ ਵੀ ਇਹ ਕੋਈ ਰੀਅਲ ਨੰਬਰ ਹੋਣਾ ਚਾਹੀਦਾ, ਇਹ ਪੋਜ਼ਿਟਿਵ ਹੋਣਾ ਚਾਹੀਦਾ, ਇਹ ਨੈਗੇਟਿਵ ਹੋਣਾ ਚਾਹੀਦਾ, ਕੋਈ ਐਸੀ ਕੰਡੀਸ਼ਨ ਸੀ ਨਾ? ਕੋਈ ਕੰਡੀਸ਼ਨ ਨਹੀਂ ਸੀ। ਇਹਦਾ ਮਤਲਬ a ਦੀ ਜਗ੍ਹਾ ਤੇ ਕੁਝ ਵੀ ਰੱਖ ਸਕਦੇ ਆਪਾਂ। ਸੋ ਆਪਾਂ a ਦੀ ਜਗ੍ਹਾ ਤੇ ਇਹ ਰੱਖ ਲਿਆ, a + b ਸਕੇਅਰ t। ਓਬਵੀਅਸਲੀ ਫਿਰ ਇਹਦਾ ਕੋਈ ਇਫੈਕਟ ਨਹੀਂ ਪਊਗਾ ਤੇ ਇੰਟੀਗ੍ਰੇਸ਼ਨ ਇਹਦਾ ਕੀ ਆਊਗਾ, ਇਹਦਾ ਵੀ 1 ਹੀ ਆਊਗਾ। ਸਮਝ ਲੱਗੀ ਇਹ ਚੀਜ਼ ਦੀ? ਸੋ ਇੱਥੇ ਆਨਸਰ ਆਪਣੇ ਕੋਲੇ 1 ਆ ਜਾਣਾ। ਇਹਨੂੰ ਸੋਲਵ ਨਹੀਂ ਕਰਨਾ ਤੁਸੀਂ। ਸੋ ਅਲਟੀਮੇਟਲੀ ਆਪਾਂ ਇਹਨੂੰ ਥੋੜ੍ਹਾ ਜਿਹਾ ਸਿੰਪਲੀਫਾਈ ਕਰੀਏ। ਹੁਣ 2b ਸਕੇਅਰ ਇਹਦੇ ਨਾਲ ਕੈਂਸਲ ਹੋ ਗਿਆ, ਇਹ ਆ ਗਿਆ at, ਠੀਕ ਆ। b ਦੀ 4 ਇੱਥੇ ਆਈ ਥਿੰਕ ਰਹਿ ਜਾਊਗਾ b ਸਕੇਅਰ, ਹੈ ਨਾ, ਇਹਦੇ ਨਾਲ ਕੈਂਸਲ ਹੋ ਗਿਆ b ਸਕੇਅਰ t ਸਕੇਅਰ ਬਾਏ 2। ਇਹ ਆਪਣੇ ਕੋਲੇ ਮੂਵਮੈਂਟ ਜਨਰੇਟਿੰਗ ਫੰਕਸ਼ਨ ਬਣ ਗਿਆ। ਇਹ ਚੀਜ਼ ਯਾਦ ਰੱਖਿਓ, ਨਾਰਮਲ ਡਿਸਟਰੀਬਿਊਸ਼ਨ ਦਾ ਮੂਵਮੈਂਟ ਜਨਰੇਟਿੰਗ ਫੰਕਸ਼ਨ ਇਹ ਹੁੰਦਾ। ਇਹਨੂੰ ਵੀ ਠੀਕ ਕਰਦੇ ਹਾਂ ਆਪਾਂ ਹਜੇ। ਦੇਖੋ ਹੁਣ ਇਹਦੀਆਂ ਮੂਵਮੈਂਟਸ ਕੈਲਕੂਲੇਟ ਕਰੋ, ਠੀਕ ਆ। ਮੀਨ ਐਂਡ ਵੇਰੀਐਂਸ ਸਾਰਾ ਕੁਝ ਕੈਲਕੂਲੇਟ ਕਰਨਾ ਇਹਦਾ ਆਪਾਂ, ਮੀਨ ਐਂਡ ਵੇਰੀਐਂਸ। ਮੀਨ ਕੀ ਹੋਊਗਾ ਇਹਦਾ? ਮੂਵਮੈਂਟ ਜਨਰੇਟਿੰਗ ਫੰਕਸ਼ਨ ਲਿਖਤਾ ਤੁਸੀਂ, ਇੱਥੇ ਐਕਸ ਪੈਰ ਚ ਪਾਇਆ ਹੀ ਕਰਨੀ ਹੈ ਰਾਜੇ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ, ਕਿਉਂਕਿ ਇਹਦਾ ਫਰਕ ਪੈਂਦਾ ਹੁੰਦਾ, ਬੁੱਕ ਵਾਲੇ ਨੂੰ ਨਹੀਂ ਲੱਗਦਾ ਤਾਂ ਨਾ ਲੱਗੇ, ਹੈ ਨਾ। ਡੈਰੀਵੇਟਿਵ ਕਰੋ। ਅੱਛਾ ਡੈਰੀਵੇਟਿਵ ਕਿਵੇਂ ਕਰੀਏ ਇਹਦਾ? ਲੌਗ ਅਪਲਾਈ ਕਰਕੇ ਕਰ ਦਈਏ। ਲੌਗ ਅਪਲਾਈ ਕਰੋ। ਹੁਣ ਇਹ ਨਾ ਕਹਿਓ ਵੀ ਸਰ ਆਪਾਂ ਕਮੂਲੈਂਟ ਕੱਢੀ ਜਾਂਦੇ ਹਾਂ, ਮੈਂ ਤਾਂ ਉਹੀ ਲੌਗ ਅਪਲਾਈ ਕੀਤਾ। ਕੀ ਆਊਗਾ ਇੱਧਰ? a ਦੀ t 1/2 b ਸਕੇਅਰ t ਸਕੇਅਰ, ਇਹ ਕੈਂਸਲ ਹੋ ਜਾਊਗਾ, ਹੈ ਨਾ। ਇਹਦਾ ਡੈਰੀਵੇਟਿਵ ਕੀਤਾ 1/mxt। ਅੱਛਾ ਡੈਰੀਵੇਟਿਵ ਵਿਦ ਰਿਸਪੈਕਟ ਟੂ ਕੀ ਕਰੋਗੇ? t। ਆਪਾਂ ਕਰਨਾ ਵੀ t ਦੇ ਹੀ ਆ ਨਾ, ਫੇਰ ਹੀ 0 ਪੁੱਟ ਕਰਾਂਗੇ। ਇਹ ਤਾਂ ਆ ਗਿਆ 1/mxt ਤੇ ਇਹਦਾ ਕੀ ਆ ਗਿਆ t, ਇਹਦਾ ਡੈਰੀਵੇਟਿਵ ਆ ਗਿਆ। ਇੱਧਰ ਕੀ ਆਊਗਾ a b ਸਕੇਅਰ t ਆਈ ਥਿੰਕ ਰਹਿ ਜਾਊਗਾ, ਹੈ ਨਾ। ਫਿਰ mt ਨੂੰ ਉੱਧਰ ਪ੍ਰੋਡਕਟ ਕਰ ਦਿਓ, mxt ਪ੍ਰੋਡਕਟ ਹੋ ਗਿਆ a b ਸਕੇਅਰ t ਨਾਲ, ਠੀਕ ਆ। ਤੇ ਡਬਲ ਡੈਰੀਵੇਟਿਵ ਵੀ ਕਰ ਲਓ। ਹੁਣ ਇੱਕ ਸਿੰਗਲ ਤਾਂ ਹੋ ਗਿਆ, ਡਬਲ ਵੀ ਕਰੋ। m0 ਕੀ ਹੁੰਦਾ ਬਾਈ? ਜੇ ਮੈਂ ਇੱਥੇ ਮੰਨ ਲਓ ਕਹਿੰਦਾ ਇਹ ਆਪਾਂ, ਚਲੋ ਡਬਲ ਡੈਰੀਵੇਟਿਵ ਕਰੋ ਪਹਿਲਾਂ, ਮੈਂ ਤੁਹਾਨੂੰ ਦੱਸਦਾ। ਫਿਰ ਇੱਕ ਹੋਰ ਡੈਰੀਵੇਟਿਵ ਕੀਤਾ, ਇਹਦਾ ਡੈਰੀਵੇਟਿਵ ਕੀ ਆਊਗਾ m-xt, ਨਾਲ ਦਾ ਫੰਕਸ਼ਨ ਉਵੇਂ ਪਿਆ ਰਹੂਗਾ। ਫਿਰ ਨਾਲ ਦੇ ਦਾ ਡੈਰੀਵੇਟਿਵ ਹੋ ਜਾਊਗਾ, ਉਹ ਕੀ ਬਣ ਜਾਊਗਾ b ਸਕੇਅਰ, ਤੇ mxt ਉਵੇਂ ਪਿਆ ਰਹੂਗਾ। ਦੇਖੋ ਇਹ ਦੋਵੇਂ ਡੈਰੀਵੇਟਿਵ ਕਰ ਲਏ।
ਹੁਣ ਆਪਾਂ ਨੂੰ ਪਤਾ ਇਹਦਾ ਡੈਰੀਵੇਟਿਵ ਕੀਤਾ ਤਾਂ ਕੀ ਆਊਗਾ, ਫਸਟ ਮੂਵਮੈਂਟ ਅਬਾਊਟ ਓਰੀਜਨ ਜਿਹੜੀ ਕਿਹੜੀ ਕੀ ਹੁੰਦੀ ਆ ਉਹ ਮੀਨ। ਤੇ ਪਰ ਕਦੋਂ ਆਊਗੀ, ਜਦੋਂ ਇਹਦੇ 'ਚ ਟੀ ਦੀ ਵੈਲਿਊ 0 ਭਰਤੀ, ਤੇ ਟੀ ਦੀ ਵੈਲਿਊ 0 ਭਰੋ, ਇੱਥੇ ਕੀ ਆਊਗੀ mx 0 ਨਾਲ ਕੀ ਆ ਜਾਊਗਾ a 0, ਤੇ mx 0 ਕੀ ਹੁੰਦਾ 1। ਇਹ ਹਮੇਸ਼ਾ ਯਾਦ ਰੱਖਿਓ, ਅੱਗੇ ਵੀ ਆਪਾਂ ਡਿਸਕਸ ਕੀਤਾ ਹੋਇਆ ਇਹ mx 0 ਆ ਜਿਹੜਾ, ਦੇਖੋ ਐਕਸਪੋਨੈਂਸ਼ੀਅਲ mxt ਕੀ ਹੁੰਦਾ, ਐਕਸਪੈਕਟੇਸ਼ਨ ਆਫ e ਦੀ tx ਜਾਂ xt ਹੈ ਨਾ। ਜੇ ਟੀ ਦੀ ਜਗ੍ਹਾ 'ਤੇ 0 ਕਰਤਾ ਤੇ ਇਹ ਕੀ ਬਣ ਜੂਗਾ, ਐਕਸਪੋਨੈਂਸ਼ੀਅਲ ਆਫ e ਦੀ ਪਾਵਰ 0 ਬਣ ਜੂਗਾ, ਜਾਣੀ ਕਿ e ਦੀ ਪਾਵਰ 1, ਤੇ ਕੌਂਸਟੈਂਟ ਦੀ ਐਕਸਪੋਨੈਂਸ਼ੀਅਲ ਕਿੰਨੀ ਐਕਸਪੈਕਟੇਸ਼ਨ ਕਿੰਨੀ ਹੁੰਦੀ ਆ, ਉਹ 1 ਹੀ ਹੁੰਦੀ ਹੈ। ਸੋ mx 0 ਹਮੇਸ਼ਾ 1 ਹੁੰਦਾ। ਸੋ ਮੀਨ ਆ ਜਿਹੜਾ ਆਪਣੇ ਕੋਲੇ ਇੱਕ ਚੀਜ਼ ਤਾਂ ਆਪਾਂ ਨੂੰ ਪਤਾ ਲੱਗ ਗਿਆ, ਇਹਨੂੰ ਮਿਊ ਵੀ ਕਹਿ ਲੈਂਦੇ ਆ, ਇਹ ਕੀ ਆ ਗਿਆ a। ਚਲੋ ਇਹ ਤਾਂ ਫਾਇਦਾ ਹੋ ਗਿਆ ਆਪਾਂ ਨੂੰ, ਇੱਕ ਤਾਂ ਪਤਾ ਲੱਗ ਗਿਆ। ਉਸ ਤੋਂ ਬਾਅਦ ਇਹਦੇ 'ਚ 0 ਪੁੱਟ ਕਰਨੀ ਆ, ਇਹ ਕੀ ਆਊਗਾ ਮਿਊ 2 ਡੈਸ਼, ਇਹ ਯਾਦ ਰੱਖਿਓ ਕਿਤੇ ਘੁੰਮ ਨਾ ਜਾਇਓ ਉੱਥੇ, mx ਡੈਸ਼ 0, ਇੱਥੇ ਆ ਜਾਊਗਾ a, ਇੱਥੇ t ਦੀ ਵੈਲਿਊ 0 ਕਰਤੀ 0, b ਸਕੁਏਅਰ mx 0, ਇਹਦੀ ਵੈਲਿਊ ਕਿੰਨੀ ਆਈ ਹੋਈ ਆ mx 0 ਦੀ, ਆਪਾਂ ਕੱਢੀ ਆ, ਆਹ ਦੇਖੋ ਡੈਰੀਵੇਟਿਵ ਵਾਲੀ ਦੀ a ਆਈ ਹੋਈ ਹੈ ਇਹਦੀ, ਨਾਲ ਕੀ ਪਿਆ a, ਫਿਰ b ਸਕੁਏਅਰ ਇਹਦੀ ਵੈਲਿਊ ਕਿੰਨੀ ਹੁੰਦੀ ਆ 1, ਤੇ ਇਹ ਤਾਂ ਬਣ ਗਿਆ ਆਪਣੇ ਕੋਲੇ a ਸਕੁਏਅਰ ਪਲੱਸ b ਸਕੁਏਅਰ। ਹੁਣ ਵੇਰੀਐਂਸ ਆ ਜਿਹੜਾ ਉਹ ਕੀ ਹੁੰਦਾ vx ਮਿਊ 2 ਡੈਸ਼ ਮਾਈਨਸ ਮਿਊ 1 ਡੈਸ਼ ਦਾ ਹੋਲ ਸਕੁਏਅਰ। ਮਿਊ 2 ਡੈਸ਼ ਕੀ ਹੈ a ਸਕੁਏਅਰ b ਸਕੁਏਅਰ, ਇਹ ਲਿਖਤਾ, ਪਿੱਛੇ ਮੀਨ ਦਾ ਸਕੁਏਅਰ ਘਟਾ ਦਿਓ, ਕੀ ਬਣਿਆ ਇਹ b ਸਕੁਏਅਰ। ਅੱਛਾ ਜੇ ਵੇਰੀਐਂਸ ਇਹ ਆ, ਇਹਦਾ ਮਤਲਬ ਸਿਗਮਾ ਸਕੁਏਅਰ ਕੀ ਹੋ ਗਿਆ b ਸਕੁਏਅਰ, ਤੇ ਸਿਗਮਾ ਕੀ ਆਊਗਾ ਫਿਰ ਬਈ, ਸਿਗਮਾ ਬਣ ਜਾਊਗਾ b। ਹੁਣ ਤੁਸੀਂ ਕਹੋਗੇ ਮਾਈਨਸ b ਕਿਉਂ ਨਹੀਂ ਲੈਣਾ, ਕਿਉਂਕਿ ਸਿਗਮਾ ਪੋਜ਼ਿਟਿਵ ਹੁੰਦਾ, ਸੋ ਮਾਈਨਸ b ਨਹੀਂ ਲੈਣਾ। ਸੋ ਸਿਗਮਾ b ਬਣ ਗਿਆ, a ਮਿਊ ਬਣ ਗਿਆ। ਰਾਜ ਇਹਨੂੰ ਨਾ ਹੁਣ ਠੀਕ ਕਰਕੇ ਲਿਖੋ ਥੋੜ੍ਹਾ ਜਿਹਾ, ਸ਼ਾਇਦ ਕਿਤਾਬ ਵਾਲੇ ਨੇ ਵੀ ਲਿਖਿਆ ਹੋਵੇ, ਲਿਖਿਆ ਇਹ ਜ਼ਰੂਰੀ ਆ। ਪਤਾ ਕੀ ਆਪਾਂ ਜਿਹੜਾ ਫੰਕਸ਼ਨ ਆ ਇਹ ਲਿਖਿਆ ਸੀ ਨਾ, a ਦੀ ਵੈਲਿਊ ਕੀ ਆ ਗਈ ਮੀਨ ਹੈ ਨਾ ਮਿਊ, b ਦੀ ਵੈਲਿਊ ਕੀ ਆ ਗਈ ਸਿਗਮਾ। ਸੋ ਇੱਥੇ ਇਹਨੂੰ ਚੇਂਜ ਹੀ ਕਰ ਦਿਓ, ਮਤਲਬ ਗਾਂਹ ਤੋਂ ਦੇਖਣਾ ਹੋਰ ਸੌਖਾ ਹੋ ਜੇ। ਉਹ ਕਹਿੰਦੇ fx ਨੂੰ ਆਪਾਂ ਗਾਂਹ ਤੋਂ ਫਿਰ ਐਂ ਲਿਖਿਆ ਕਰਾਂਗੇ 1/√2 ਪਾਈ ਸਿਗਮਾ e ਦੀ -1/2 x ਮਾਈਨਸ a ਦੀ ਜਗ੍ਹਾ 'ਤੇ ਮਿਊ ਹੀ ਲਿਖ ਦਿਓ, ਕਹਿੰਦਾ ਸ਼ੁਰੂ 'ਚ ਹੀ b ਦੀ ਜਗ੍ਹਾ 'ਤੇ ਸਿਗਮਾ ਹੀ ਲਿਖ ਦਿਓ, ਜਦੋਂ ਪਤਾ ਹੀ ਆ ਵੀ ਜਿਹੜਾ ਨੀਚੇ ਨੰਬਰ ਹੋਇਆ ਉਹ ਸਿਗਮਾ, ਆਪਣੇ ਕੋਲੇ ਸਿਗਮਾ ਕੀ ਹੁੰਦਾ ਵੈਸੇ ਸਟੈਂਡਰਡ ਡੈਵੀਏਸ਼ਨ, ਤੇ ਜਿਹੜਾ ਮੀਨ ਆ ਆਪਾਂ ਨੂੰ ਪਤਾ ਹੀ ਆ ਵੀ ਉਹ ਕੀ ਹੁੰਦਾ, ਮਿਊ ਮੀਨ ਆ ਉਹ ਆਪਾਂ ਨੂੰ ਪਤਾ ਹੀ ਹੈ ਬਈ ਕੀ ਹੁੰਦਾ a। ਸੋ a ਦੀ ਜਗ੍ਹਾ ਫਿਰ ਮਿਊ ਹੀ ਲਿਖੋ, ਇਹ ਵੀ ਇਹਨੇ ਬੈਸਟ ਰਾਹ ਲੱਭ ਲਿਆ, ਉਦੋਂ ਵੀ ਵਧੀਆ। ਹੁਣ ਗਾਂਹ ਤੋਂ ਜਦੋਂ ਵੀ ਇੱਥੇ ਕੁਛ ਲਿਖਿਆ ਹੋਊ ਮੈਂ ਦੇਖ ਕੇ ਦੱਸ ਦੂੰ ਵੀ ਮੀਨ ਆ ਪਿਆ ਜਿਹੜਾ ਇਹ ਸਟੈਂਡਰਡ ਡੈਵੀਏਸ਼ਨ, ਠੀਕ ਹੈ ਜੀ। ਤੇ ਉਦੋਂ ਬਾਅਦ ਇਹਦਾ ਅੱਛਾ ਇੱਥੇ ਵੀ b ਦੀ ਜਗ੍ਹਾ 'ਤੇ ਸਿਗਮਾ ਹੀ ਲਿਖਤਾ, ਸਿਗਮਾ ਜਿਹੜਾ ਹੁੰਦਾ ਇਹ ਪੋਜ਼ਿਟਿਵ ਹੁੰਦਾ ਹਮੇਸ਼ਾ, ਠੀਕ ਹੈ। ਇਹ ਤਾਂ ਉਦੋਂ ਵੀ ਵਧੀਆ ਚੀਜ਼ ਲੱਭ ਗਈ ਆਪਾਂ ਨੂੰ। ਅੱਛਾ ਹੁਣ ਅੱਗੇ ਦੇਖੀਏ, ਅੱਗੇ ਰਾਜੇ ਇਹਦਾ ਗ੍ਰਾਫ ਬਣਾਇਆ ਹੋਇਆ ਇਹਨਾਂ ਨੇ। ਗ੍ਰਾਫ ਨਾਰਮਲ ਡਿਸਟਰੀਬਿਊਸ਼ਨ ਦਾ ਯਾਦ ਰੱਖਿਓ ਹਮੇਸ਼ਾ, ਇਹ ਐਕਸ ਐਕਸਿਸ ਹੈ, ਇਹ ਵਾਈ ਐਕਸਿਸ ਹੈ। ਜਦੋਂ ਐਕਸ ਦੀ ਵੈਲਿਊ ਮਿਊ ਭਰੋਂਗੇ ਕੀ ਆਊਗਾ ਆਨਸਰ 1/2 ਪਾਈ, ਇਕੱਲਾ ਇਹ ਬਚ ਜੂ ਕਿਉਂਕਿ ਇਹਨੇ ਹੋ ਜਾਣਾ 0 ਤੇ e ਦੀ ਪਾਵਰ 0 ਕੀ ਹੋ ਜਾਂਦਾ 1, ਇਕੱਲਾ ਬਚ ਜੂਗਾ ਇਹ। ਤੇ x ਦੀ ਵੈਲਿਊ ਜਦੋਂ ਮਿਊ ਭਰਦੇ ਆ ਨਾ, ਇਹ ਆਪਣੇ ਕੋਲੇ ਸਭ ਤੋਂ ਉੱਤੇ ਚਲੀ ਜਾਂਦੀ ਹੈ ਪੀਕ 'ਤੇ। ਇਹ ਮੈਂ ਬਾਅਦ 'ਚ ਪ੍ਰੂਵ ਵੀ ਕਰੂੰਗਾ ਪ੍ਰੂਵ, ਸਾਰਾ ਕੁਝ ਕਰੂੰਗਾ। ਮੀਨ ਮੋਡ ਮੀਡੀਅਨ ਸਾਰਾ ਕੁਝ ਕੱਢਣਾ ਇਹਦਾ ਆਪਾਂ ਹਜੇ। ਮੀਡੀਅਨ ਕਈ ਚੀਜ਼ਾਂ ਦਾ ਆਪਣਾ ਰਹਿੰਦਾ, ਮੀਡੀਅਨ ਆਇਆ ਨਹੀਂ, ਚਲੋ ਕੋਈ ਨਾ ਫਿਰ ਦੇਖ ਲਾਂਗੇ, ਬਣਾ ਦੂੰਗਾ ਲੈਕਚਰ ਕਿਸੇ ਦਿਨ ਮੀਡੀਅਨ 'ਤੇ ਵੀ, ਜੇ ਮੈਨੂੰ ਲੱਗਿਆ ਤੁਹਾਨੂੰ ਨਹੀਂ ਸਮਝ ਲੱਗੀ। ਐਂ ਜਾਂਦੀ ਹੁੰਦੀ ਹੈ ਇਹ ਰਾਜੇ। ਇੱਕ ਚੀਜ਼ ਯਾਦ ਰੱਖਿਓ ਇਹਦੀ, ਜਿਹੜਾ ਮੈਕਸੀਮਮ ਆ ਨਾ ਉਹ ਤਾਂ ਮੋਡ ਹੁੰਦਾ, ਤੇ ਮੈਕਸੀਮਮ ਮੀਨ 'ਤੇ ਦੇਈ ਜਾਂਦੀ ਹੈ ਇਹ। ਇਹਦਾ ਜਿਹੜਾ ਮੀਨ ਆ ਉਹੀ ਮੋਡ ਹੁੰਦਾ, ਉਹੀ ਮੀਡੀਅਨ ਹੁੰਦਾ, ਤਾਂ ਹੀ ਇਹ ਨਾਰਮਲ ਡਿਸਟਰੀਬਿਊਸ਼ਨ ਆ, ਬੈਸਟ ਡਿਸਟਰੀਬਿਊਸ਼ਨ ਆ ਇਹ। ਤੇ ਇੱਕ ਚੀਜ਼ ਯਾਦ ਰੱਖਿਓ, ਜਿੰਨਾ ਏਰੀਆ ਇੱਧਰ ਆ, ਕਿਉਂਕਿ ਇਹ ਮੀਡੀਅਨ ਆ, ਇਹਦਾ ਮਤਲਬ ਜਿੰਨਾ ਏਰੀਆ ਇੱਧਰ ਆ ਓਨਾ ਹੀ ਏਰੀਆ ਇੱਧਰ ਹੁੰਦਾ। ਇਹਦਾ ਏਰੀਆ ਅੰਡਰ ਦਾ ਕਰਵ ਮਤਲਬ ਕੀ ਆ ਕਿ
ਮਾਈਨਸ ਇਨਫਿਨਿਟੀ ਤੋਂ ਮਿਊ ਤੱਕ ਐਫ ਐਕਸ ਡੀ ਐਕਸ ਜੇ ਤੁਸੀਂ ਕਰੋ ਉਹ ਕਿੰਨਾ ਆਊਗਾ 1/2। ਮਿਊ ਤੋਂ ਇਨਫਿਨਿਟੀ ਤੱਕ ਐਫ ਐਕਸ ਡੀ ਐਕਸ ਕਰੋਗੇ ਜਦੋਂ ਉਹ ਵੀ ਆਊਗਾ 1/2। ਸੋ ਉਸ ਹਿਸਾਬ ਨਾਲ ਇਹ ਜਿਹੜਾ ਹੈ ਇਹ ਮੀਡੀਅਨ ਬਣ ਗਿਆ ਅਤੇ ਇਹ ਮੀਨ ਵੀ ਹੈਗਾ ਕਿਉਂਕਿ ਇਹ ਮੈਕਸਿਮਮ ਉਚਾਈ ਦਿੰਦਾ, ਇਹਦਾ ਮਤਲਬ ਇਹ ਮੋਡ ਵੀ ਹੈਗਾ। ਸੋ ਨਾਰਮਲ ਡਿਸਟਰੀਬਿਊਸ਼ਨ 'ਚ ਯਾਦ ਰੱਖਿਓ ਮੀਨ ਮੀਡੀਅਨ ਮੋਡ ਹਮੇਸ਼ਾ ਬਰਾਬਰ ਹੁੰਦਾ। ਇਹ ਏਰੀਆ ਇਸ ਏਰੀਏ ਦੇ ਬਰਾਬਰ ਹੁੰਦਾ। ਆਪਾਂ ਹਜੇ ਕੈਲਕੂਲੇਟ ਕਰਨਾ, ਆਪਾਂ ਕਰਾਂਗੇ। ਕਰਤੋਸਿਸ ਵਗੈਰਾ ਇਹਨੇ ਕੈਲਕੂਲੇਟ ਕੀਤਾ ਹੋਇਆ। ਕਰਤੋਸਿਸ ਕਰੀਏ, ਚਲੋ ਕਮੂਲੈਂਟਸ ਡਿਸਕਸ ਕਰ ਰਹੇ ਆ ਇਹ, ਆਪਾਂ ਦੇਖ ਲੈਂਦੇ ਹਾਂ। ਹਾਂ ਸੌਰੀ ਕਮੂਲੈਂਟਸ ਆਪੇ ਕਰ ਲਿਓ। 5ਵਾਂ ਆਰਟੀਕਲ ਆ ਜਿਹੜਾ ਉਹ ਮੈਂ ਕਰਾਉਣ ਲੱਗਾ। ਪੰਜਵਾਂ ਆਰਟੀਕਲ ਦੇਖੋ ਜਿਹਦੇ 'ਚ ਪ੍ਰੂਵ ਕੀਤਾ ਹੋਇਆ ਮੀਨ ਮੀਡੀਅਨ ਤੇ ਮੋਡ। ਬਹੁਤ ਵਧੀਆ ਆਰਟੀਕਲ ਆ ਇਹ ਇਕੁਅਲ ਹੁੰਦਾ ਇਨ ਨਾਰਮਲ ਡਿਸਟਰੀਬਿਊਸ਼ਨ। ਲਓ ਜੀ ਬੈਸਟ ਆਰਟੀਕਲ ਆ ਡਿਸਟਰੀਬਿਊਸ਼ਨ। ਹੋਰ ਵੀ ਬਹੁਤ ਕੁਛ ਆ ਨਾਰਮਲ ਡਿਸਟਰੀਬਿਊਸ਼ਨ 'ਚ, ਕਾਫੀ ਪੜ੍ਹਨੀ ਪੈਣੀ ਆ ਆਪਾਂ ਨੂੰ। ਤਾਂ ਹੀ ਮੈਂ ਅੱਜ ਛੁੱਟੀ ਸੀਗੀ ਹੈ, ਛੁੱਟੀ ਵਾਲੇ ਦਿਨ ਹੀ ਮੈਂ ਰਿਕਾਰਡਿੰਗ ਕਰੀ ਜਾਂਦਾ। ਲਓ ਇਹਦੇ 'ਚ ਨਾ ਮੀਨ ਮੀਡੀਅਨ ਮੋਡ ਸਾਰਾ ਕੁਛ, ਮੀਨ ਤਾਂ ਹੋ ਗਿਆ ਹੈ ਨਾ, ਮੀਨ ਤਾਂ ਆਪਾਂ ਫਾਈਂਡ ਆਊਟ ਕਰਤਾ ਨਾ, ਅਤੇ ਮੋਡ ਕੈਲਕੂਲੇਟ ਕਰਨ ਲੱਗਾ ਹੁਣ ਮੈਂ। ਆਪਣੇ ਕੋਲ ਐਫ ਐਕਸ ਕੀ ਆ, ਹੁਣ ਇੱਥੇ ਮੈਂ ਪਹਿਲਾਂ ਤਾਂ ਇਹ ਲਿਖ ਲਈਏ ਵੀ ਨੋ ਦੈਟ ਮੀਨ ਆਫ, ਰਾਜੇ ਪੇਪਰ 'ਚ ਤੁਸੀਂ ਮੀਨ ਵੀ ਲੱਭ ਕੇ ਦਿਖਾਉਣਾ, ਇਹ ਯਾਦ ਰੱਖਿਓ। ਸੋਲਿਊਸ਼ਨ ਸਟਾਰਟ ਹੋ ਗਿਆ ਇੱਥੋਂ। ਇਹ ਤਾਂ ਮੈਂ ਲਿਖਤਾ ਨਾ ਵੀ ਨੋ ਦੈਟ, ਤੁਸੀਂ ਵੀ ਨੋ ਦੈਟ ਨਹੀਂ ਲਿਖਣਾ। ਨਾਰਮਲ ਡਿਸਟਰੀਬਿਊਸ਼ਨ ਇਜ਼ ਮਿਊ, ਹੈ ਨਾ, ਇਹ ਮਿਊ ਹੁੰਦਾ। ਐਂਡ ਸਿਗਮਾ ਇਜ਼, ਲਿਖਣਾ ਤਾਂ ਲਿਖ ਵੀ ਸਕਦੇ ਹੋ, ਐਡੀ ਕੋਈ ਗੱਲ ਨਹੀਂ, ਕਿਉਂਕਿ ਇਹ ਉੱਪਰੋਂ ਹੀ ਕਲੀਅਰ ਹੋਈ ਜਾਂਦਾ ਹੁੰਦਾ ਨਾ। ਸਟੈਂਡਰਡ ਡੈਵੀਏਸ਼ਨ, ਸਟੈਂਡਰਡ ਡੈਵੀਏਸ਼ਨ ਵੇਰੀਏਸ਼ਨ ਦਾ ਅੰਡਰ ਰੂਟ ਹੁੰਦਾ। ਐਫ ਐਕਸ ਆ ਜਿਹੜਾ ਉਹ ਕੀ ਬਣ ਗਿਆ, ਚਲੋ ਮੀਨ ਲਿਖ ਲਿਓ ਰਾਜੇ ਸਿੱਧਾ, ਕਿੱਥੇ ਇੰਨਾ ਬਹੁਤ ਲੈਂਥੀ ਹੋ ਜਾਣਾ ਫਿਰ। ਨਹੀਂ ਕੋਈ ਐਡਾ ਚੱਕਰ ਨਹੀਂ ਆ ਲਿਖਣਾ ਨਹੀਂ, ਪ੍ਰੂਵ ਕਰ ਲਿਓ, ਲਿਖਣਾ ਲਿਖ ਦਿਓ। ਇਹ ਆ ਗਈ ਤੁਹਾਡੀ ਡਿਸਟਰੀਬਿਊਸ਼ਨ। ਹੁਣ ਮੋਡ ਕੈਲਕੂਲੇਟ ਕਰੋ, ਠੀਕ ਹੈ। ਇੱਥੇ ਲਿਖੋ ਨਾਓ ਵੀ ਫਾਈਂਡ ਮੋਡ। ਹੁਣ ਅਸੀਂ ਮੋਡ ਲੱਭਣ ਲੱਗੇ ਹਾਂ। ਕਿਵੇਂ ਲੱਭੀਏ ਹੁਣ? ਸਭ ਤੋਂ ਪਹਿਲਾਂ ਸਿੱਧੀ ਜਿਹੀ ਗੱਲ ਆ, ਹੈ ਨਾ, ਇੱਕ ਚੀਜ਼ ਇਹਨੇ, ਜਿੱਥੋਂ ਤੱਕ ਮੈਨੂੰ ਲੱਗਦਾ ਨਾ, ਇਹਨੇ ਡਬਲ ਡੈਰੀਵੇਟਿਵ ਇਹਨੇ ਵੀ ਲੱਭਣਾ। ਸ਼ਾਇਦ ਲੱਭ ਦੇਵੇ, ਸ਼ਾਇਦ ਨਾ ਲੱਭੇ, ਲੱਭੂਗਾ। ਚਲੋ ਲੌਗ ਅਪਲਾਈ ਕਰੋ, ਹੋਰ ਕੋਈ ਹੱਲ ਨਹੀਂ ਇਹਦਾ, ਕਿਉਂਕਿ ਈ ਆਇਆ ਹੋਇਆ ਨਾ ਵਿੱਚ। ਲੌਗ ਐਫ ਐਕਸ log 1/√2 ਪਾਈ ਸਿਗਮਾ ਪਲੱਸ, ਹੁਣ ਮੈਂ MN ਵਾਲਾ ਫਾਰਮੂਲਾ ਲਾਤਾ ਪ੍ਰੋਡਕਟ ਦਾ, log M + N ਬਣ ਜਾਂਦਾ ਹੁੰਦਾ ਨਾ। E - 1/2 x - ਮਿਊ ਸਿਗਮਾ ਦਾ ਸਕੇਅਰ। ਬੇਟਾ ਤੁਹਾਡੇ ਨਾ ਇੱਕ ਚੀਜ਼ ਆ, ਮੈਨੂੰ ਥੋੜ੍ਹੀਆਂ ਇੱਧਰੋਂ ਉੱਧਰੋਂ ਖਬਰਾਂ ਮਿਲ ਰਹੀਆਂ, ਤੁਹਾਡੇ ਪੇਪਰ ਨਾ ਉਵੇਂ ਨਹੀਂ ਹੋਣੇ ਜਿਵੇਂ ਫਾਈਨਲ ਈਅਰ ਤੁਹਾਡੇ ਸੀਨੀਅਰ ਦੇ ਹੋਏ ਆ। ਅਤੇ ਥੋੜ੍ਹਾ ਜਿਹਾ ਪੜ੍ਹਨਾ ਸ਼ੁਰੂ ਕਰ ਦਿਓ ਫਿਰ। ਮੈਨੂੰ ਪਤਾ ਲੱਗਿਆ, ਬਸ ਬਹੁਤ ਕੁਛ ਅੰਦਾਜ਼ੇ ਲੱਗ ਜਾਂਦੇ ਆ ਨਾ ਦੇਖ ਕੇ। ਪਤਾ ਕਿੱਥੋਂ ਪਤਾ ਲੱਗਦਾ ਹੁੰਦਾ? ਜਿਵੇਂ TET ਦਾ ਪੇਪਰ ਆ, ਉਹ ਕਹਿੰਦੇ, ਸੌਰੀ TET ਨਹੀਂ, ਜਿਵੇਂ ਇਹ ਪੇਪਰ ਹੁੰਦੇ ਆ, ਕਈ ਹੁੰਦੇ ਆ ਨਾ ਰਿਕਰੂਟਮੈਂਟ ਟੈਸਟ ਹੁੰਦੇ ਆ ਜਿਹੜੇ ਇੰਟਰਵਿਊਆਂ ਵਾਸਤੇ ਹੁੰਦੇ ਆ ਜਾਂ ਦੂਸਰੇ, ਉਹ ਹੌਲੀ ਹੌਲੀ ਉਹਨਾਂ ਦੇ ਸ਼ਡਿਊਲ ਬਣ ਰਹੇ ਆ। ਮਤਲਬ ਪੰਜਾਬ ਯੂਨੀਵਰਸਿਟੀ ਬਾਰੇ ਨਹੀਂ ਮੈਨੂੰ ਕੁਛ ਪਤਾ, ਪਰ ਰਿਕਰੂਟਮੈਂਟ ਟੈਸਟ ਆ ਜੇ ਮੇਰੇ ਅਕੋਰਡਿੰਗ ਪੰਜਾਬ 'ਚ ਰਿਕਰੂਟਮੈਂਟ ਟੈਸਟ ਹੋ ਸਕਦੇ ਆ ਕਮਰਿਆਂ 'ਚ ਬਿਠਾ ਕੇ, ਤਾਂ ਪੰਜਾਬ ਯੂਨੀਵਰਸਿਟੀ ਤੁਹਾਨੂੰ ਵੀ ਕਮਰਿਆਂ 'ਚ ਬਿਠਾ ਕੇ ਪੇਪਰ ਲਊਗੀ ਐਤਕੀ। ਸੋ ਉਹਦੇ ਵਾਸਤੇ ਤਿਆਰ ਹੋ ਜਾਓ। ਸਮਝ ਲੱਗੀ? ਬਹੁਤ ਕੁਛ ਦੇਖ ਕੇ ਹਾਲਾਤਾਂ ਨੂੰ ਪਤਾ ਲੱਗ ਜਾਂਦਾ ਹੁੰਦਾ। ਸੋ ਉਹ ਚੀਜ਼ ਭੁੱਲ ਜਾਓ ਬਈ ਉਹ ਤੁਹਾਡੇ ਸੀਨੀਅਰ ਜਿਵੇਂ ਪੇਪਰ ਦੇ ਗਿਆ ਨਜ਼ਾਰੇ ਜੇ, ਨਾ ਉਵੇਂ ਨਹੀਂ ਹੋਣੇ ਤੁਹਾਡੇ। ਇਹਦਾ ਡੈਰੀਵੇਟਿਵ ਆ ਗਿਆ, ਇਹਦਾ ਕੀ ਆਊਗਾ 0, ਇਹਦਾ ਕੀ ਆਊਗਾ -x - ਮਿਊ, 2 ਨਾਲ 2 ਕੈਂਸਲ ਹੋ ਗਿਆ, ਨੀਚੇ ਸਿਗਮਾ ਸਕੇਅਰ ਉਵੇਂ ਆ ਜਾਣਾ। ਸੋ f' ਆ ਜਿਹੜਾ, ਇਹ ਇੱਧਰ f(x) ਨਾਲ ਪ੍ਰੋਡਕਟ ਕਰ ਦਿਓ, x - ਮਿਊ ਸਿਗਮਾ ਸਕੇਅਰ, ਅਤੇ ਇੱਥੇ f(x) ਲਾ ਦਿਓ, ਠੀਕ ਆ।
ਹੁਣ ਮੈਂ ਕੈਲਕੂਲੇਟ ਕਰਨਾ। ਅੱਛਾ ਇੱਕ ਚੀਜ਼ ਆ ਰਾਜੇ ਇੱਥੇ ਐਫ ਐਕਸ ਆ ਨਾ ਜਿਹੜਾ, ਇਹ ਲਿਖ ਤਾਂ ਦਿੰਦੇ ਆ ਪਰ ਇਹ ਕਦੇ ਜ਼ੀਰੋ ਨਹੀਂ ਹੋ ਸਕਦਾ, ਇਹ ਕਦੇ ਜ਼ੀਰੋ ਨਹੀਂ ਹੁੰਦਾ। ਐਫ ਐਕਸ ਕੋਈ ਵੈਲਿਊ ਭਰ ਕੇ ਦੇਖ ਲਓ, ਇਹਦੇ 'ਚ ਹੀ ਭਰੋਗੇ ਨਾ ਐਕਸ ਦੀ ਵੈਲਿਊ, ਕੀ ਭਰ ਲਓਗੇ ਵੱਧ ਤੋਂ ਵੱਧ। ਜੇ ਮੰਨ ਲਓ ਤੁਸੀਂ ਇਹਨੂੰ ਜ਼ੀਰੋ ਵੀ ਬਣਾ ਲਿਆ ਉਤਲੇ ਨੂੰ, ਹੈ ਨਾ, ਅਤੇ ਇਹ 1 ਬਣ ਜੂਗਾ, ਅਲਟੀਮੇਟਲੀ ਵੈਲਿਊ ਇਹਦੀ ਬਚ ਜੂਗੀ। ਕਦੇ ਜ਼ੀਰੋ ਨਹੀਂ ਹੁੰਦਾ ਐਫ ਐਕਸ। ਸੋ ਜਦੋਂ ਮੈਂ ਇਹਨੂੰ ਜ਼ੀਰੋ ਦੇ ਬਰਾਬਰ ਰੱਖ ਕੇ ਹੁਣ ਸਟੇਸ਼ਨਰੀ ਪੁਆਇੰਟ ਲੱਭੂਗਾ ਤਾਂ ਐਫ ਕੀ ਆਊਗਾ, ਐਫ ਐਕਸ ਤਾਂ ਨੋਨ ਜ਼ੀਰੋ ਨੰਬਰ ਆ, ਇਹ ਤਾਂ ਛੱਡ ਦੇਣਾ ਆਪਾਂ, ਹੈ ਨਾ, ਉਹ ਸੌਰੀ ਜ਼ੀਰੋ ਨਾ ਜ਼ੀਰੋ, ਐਫ ਐਕਸ ਤਾਂ ਡਿਵਾਈਡ ਹੋ ਜਾਣਾ, ਹੈ ਨਾ, ਛੱਡ ਦੇਣਾ। ਫਿਰ ਸਿਗਮਾ ਸਕੁਏਅਰ ਵੀ ਗਿਆ, ਇਹ ਵੀ ਗਿਆ ਨੈਗੇਟਿਵ, ਬਚੂਗਾ ਕਿ ਐਕਸ ਮਾਈਨਸ ਮਿਊ ਇਜ਼ ਇਕੁਅਲ ਟੂ ਜ਼ੀਰੋ, ਐਕਸ ਦੀ ਵੈਲਿਊ ਕੀ ਆ ਗਈ, ਮਿਊ ਆ ਜੂਗੀ ਇੱਥੋਂ। ਸਮਝ ਲੱਗੀ, ਐਫ ਐਕਸ ਤਾਂ ਨੋਨ ਜ਼ੀਰੋ ਨੰਬਰ ਆ। ਫਿਰ ਇਹ ਜ਼ੀਰੋ ਬਰਾਬਰ ਕਦੋਂ ਹੋਊਗਾ, ਸਿਗਮਾ ਸਕੁਏਅਰ ਵੀ ਨੋਨ ਜ਼ੀਰੋ, ਐਫ ਐਕਸ ਵੀ ਨੋਨ ਜ਼ੀਰੋ, -1 ਇਹ ਨੈਗੇਟਿਵ ਹੈ ਵੀ ਨੋਨ ਜ਼ੀਰੋ, ਐਕਸ ਕੀ ਬਣ ਜੂਗਾ, ਮਿਊ। ਸੋ ਸਿਰਫ ਐਕਸ ਇਜ਼ ਇਕੁਅਲ ਟੂ ਮਿਊ ਸਟੇਸ਼ਨਰੀ ਪੁਆਇੰਟ ਆ, ਜਾਣੀ ਕਿ ਮੋਡ ਬਣਨ ਲਈ ਲਾਇਕ ਆ। ਸੋ ਮੋਡ ਵਾਸਤੇ ਕੀ ਚੈੱਕ ਕਿਵੇਂ ਕਰੀਏ, ਡਬਲ ਡੈਰੀਵੇਟਿਵ, ਡਬਲ ਡੈਰੀਵੇਟਿਵ ਕਰੋ ਇਹਦਾ, ਕੀ ਆਊਗਾ, ਸਿੰਗਲ ਡੈਰੀਵੇਟਿਵ ਕੀ ਲਿਖਿਆ ਹੋਇਆ ਸੀ ਆਪਾਂ, ਐਫ ਡੈਸ਼ ਐਕਸ ਮਾਈਨਸ ਐਕਸ ਮਾਈਨਸ ਮਿਊ ਸਿਗਮਾ ਸਕੁਏਅਰ ਐਫ ਐਕਸ, ਇਹਦਾ ਇੱਕ ਹੋਰ ਡੈਰੀਵੇਟਿਵ ਕਰੋ, ਡਬਲ ਡੈਰੀਵੇਟਿਵ ਕਰ ਦਿਓ, ਇਹ ਆ ਜਾਊਗਾ -1 ਬਾਈ ਸਿਗਮਾ ਸਕੁਏਅਰ, ਤਾਂ ਬਾਹਰ ਹੀ ਕੱਢ ਲਓ, ਐਕਸ ਮਾਈਨਸ ਮਿਊ ਉਵੇਂ ਰੱਖ ਲਿਆ, ਐਫ ਡੈਸ਼ ਐਕਸ ਆ ਗਿਆ, ਫਿਰ ਐਫ ਐਕਸ ਉਵੇਂ ਰੱਖ ਲਿਆ, ਇਹਦਾ ਡੈਰੀਵੇਟਿਵ 1 ਆ ਗਿਆ। ਹੁਣ ਐਂ ਕਰੋ ਸਿੱਧਾ ਮਿਊ ਹੀ ਭਰ ਦਿਓ ਵਿੱਚ, ਐਵੇਂ ਬਾਹਲਾ ਸਿੰਪਲੀਫਾਈ ਕਰਕੇ ਕੀ ਲੈਣਾ ਇਹਨੂੰ, ਐਫ ਮਿਊ ਕੀ ਆਊਗਾ, ਪਰ ਇਹ ਵੀ ਪੰਗਾ, ਐਫ ਮਿਊ ਵੀ ਕੁਛ ਆ ਜਾਊਗਾ ਨਹੀਂ, ਚਲੋ ਮਿਊ ਹੀ ਭਰ ਦਿਓ, ਆਪਣੇ ਕੋਲ ਇੱਕ ਹੀ ਤਾਂ ਸਟੇਸ਼ਨਰੀ ਪੁਆਇੰਟ ਆ, ਇਹ ਆ ਜਾਊਗਾ ਜ਼ੀਰੋ, ਇਹ ਆ ਜਾਊਗਾ ਐਫ ਮਿਊ। ਰਾਜੇ ਇੱਕ ਚੀਜ਼ ਮੈਨੂੰ ਪਤਾ, ਐਫ ਮਿਊ ਐਫ 'ਚ ਜੋ ਮਰਜ਼ੀ ਭਰ ਲਓ, ਇਹ ਪੋਜ਼ਿਟਿਵ ਹੀ ਰਹਿਣਾ। ਐਫ ਐਕਸ ਫੰਕਸ਼ਨ ਆਪਾਂ ਲਿਖਿਆ ਸੀ ਨਾ ਵੀ ਇਹ ਪੋਜ਼ਿਟਿਵ ਆ, ਸੋ ਇਹ ਵੀ ਪੋਜ਼ਿਟਿਵ ਆ, ਇਹ ਵੀ ਪੋਜ਼ਿਟਿਵ ਆ, ਮੂਹਰੇ ਨੈਗੇਟਿਵ ਆ, ਅਲਟੀਮੇਟਲੀ ਨੰਬਰ ਕੀ ਬਣ ਗਿਆ, ਨੈਗੇਟਿਵ। ਸੋ ਐਕਸ ਮਿਊ ਕੀ ਬਣ ਗਿਆ, ਇਜ਼ ਮੈਕਸਿਮਾ, ਹੈਂਸ ਮੋਡ। ਸੋ ਇੱਕ ਕੰਮ ਤਾਂ ਹੋ ਗਿਆ, ਆਪਣੇ ਕੋਲੇ ਮੀਨ ਆ ਜਿਹੜਾ ਅਤੇ ਮੋਡ ਆ ਜਿਹੜਾ, ਉਹ ਦੋਵੇਂ ਹੀ ਮਿਊ ਹੋ ਗਏ। ਹੁਣ ਆ ਗਿਆ ਮੀਡੀਅਨ ਦੀ ਵਾਰੀ, ਨਾਓ ਵਿਲ ਫਾਈਂਡ ਮੀਡੀਅਨ, ਹੈ ਨਾ। ਮੀਡੀਅਨ ਲੱਭਣ ਦਾ ਤਰੀਕਾ ਕੀ ਹੁੰਦਾ, -ਇਨਫਿਨਿਟੀ ਤੋਂ m ਐਫ ਐਕਸ ਡੀ ਐਕਸ ਲਾ ਲਈਦਾ, ਇਜ਼ ਇਕੁਅਲ ਟੂ ਰੱਖ ਦਿਓ 1/2, ਮੀਡੀਅਨ ਦਾ ਤਾਂ ਤਰੀਕਾ ਹੀ ਇਹ ਆ, ਠੀਕ ਹੈ। ਹੁਣ ਇਹਦਾ ਜਿਹੜਾ ਹੈ ਆਪਾਂ ਨੂੰ ਥੋੜ੍ਹਾ ਜਿਹਾ ਸੋਚਣਾ ਪੈਣਾ ਰਾਜੇ, ਇਹਦੇ ਵਾਸਤੇ ਕੀ ਕਰਨਾ, ਆਪਾਂ ਇਹਨੂੰ ਬ੍ਰੇਕ ਕਰਨਾ। ਬ੍ਰੇਕ ਕਿਵੇਂ ਕਰਨਾ, ਇਹਨੂੰ -ਇਨਫਿਨਿਟੀ ਤੋਂ ਮਿਊ ਤੱਕ, ਮੈਂ ਤੁਹਾਨੂੰ ਦੱਸੂਗਾ ਕੀ ਚੱਕਰ, ਕਿਉਂ ਇਹ ਇੱਦਾਂ ਕਰ ਰਿਹਾ, ਮਿਊ ਤੋਂ ਐਮ ਤੱਕ। ਹੁਣ ਤੁਹਾਨੂੰ ਮੈਂ ਕੱਲ੍ਹ ਕਲੀਅਰ ਵੀ ਕਰ ਚੁੱਕਿਆ, ਕੱਲ੍ਹ ਵਾਲੇ ਵੀਡੀਓ ਲੈਕਚਰ 'ਚ, ਵੀ ਮੈਂ ਕੋਈ ਵੀ ਨੰਬਰ ਵਿੱਚ ਫਸਾ ਸਕਦਾ, ਭਾਵੇਂ ਉਹ ਵਿੱਚ ਹੋਵੇ ਭਾਵੇਂ ਨਾ ਹੋਵੇ, ਮਤਲਬ ਤੁਸੀਂ ਵੀ ਫਸਾ ਸਕਦੇ ਹੋ। ਅੱਛਾ ਹੁਣ ਇੱਕ ਚੀਜ਼ ਆ, ਐਫ ਐਕਸ ਦੀ ਵੈਲਿਊ ਆ ਜਿਹੜੀ ਦਿੱਤੀ ਹੋਈ ਆ, ਉਹ ਪੁੱਟ ਕਰਦੇ ਹਾਂ, ਦੇਖਦੇ ਹਾਂ ਇਹਦਾ ਕੋਈ ਨਤੀਜਾ ਨਿਕਲਦਾ ਜਾਂ ਨਹੀਂ ਨਿਕਲਦਾ, ਠੀਕ ਆ। ਪਹਿਲਾਂ ਤਾਂ ਇਹਨੂੰ ਸੋਲਵ ਕਰਦੇ ਹਾਂ ਰਾਜੇ, ਮੈਂ ਇਹਨੂੰ ਸੋਲਵ ਕਰਨ ਲੱਗਾ ਇਕੱਲੇ ਨੂੰ। -ਇਨਫਿਨਿਟੀ ਤੋਂ ਮਿਊ ਐਫ ਐਕਸ ਡੀ ਐਕਸ, ਇਹਦੀ ਵੈਲਿਊ ਕੱਢ ਕੇ ਦੇਖਦੇ ਹਾਂ। -ਇਨਫਿਨਿਟੀ ਤੋਂ ਮਿਊ ਕੀ ਸੀ, ਐਫ ਐਕਸ 1/√2 ਪਾਈ ਸਿਗਮਾ e ਦੀ -1/2 ਐਕਸ ਮਾਈਨਸ ਮਿਊ ਬਾਈ ਸਿਗਮਾ ਦਾ ਹੋਲ ਸਕੇਅਰ ਡੀ ਐਕਸ, ਹੈ ਨਾ। ਐਂ ਕਰੋ, ਐਕਸ ਮਾਈਨਸ ਮਿਊ ਬਾਈ ਸਿਗਮਾ ਨੂੰ ਨਾ ਜੈਡ ਪੁੱਟ ਕਰ ਲਓ। ਜੇ ਹੁਣ ਐਕਸ ਦੀ ਵੈਲਿਊ ਇਨਫਿਨਿਟੀ ਹੋਊ, ਜੈਡ ਕੀ ਹੋਊ, ਇਨਫਿਨਿਟੀ। ਜੇ ਐਕਸ ਦੀ ਵੈਲਿਊ ਮਿਊ ਹੋਊ ਤਾਂ ਜੈਡ ਕੀ ਹੋਊ, 0। ਸਮਝ ਲੱਗੀ, ਜੇ ਐਕਸ ਇਨਫਿਨਿਟੀ -ਇਨਫਿਨਿਟੀ ਭਰੋਂਗੇ ਤਾਂ ਜੈਡ ਕੀ ਆਊਗਾ, -ਇਨਫਿਨਿਟੀ। ਜੇ ਐਕਸ ਮਿਊ ਭਰੋਂਗੇ ਤਾਂ ਜੈਡ ਕੀ ਆਊਗਾ, 0। ਸੋ ਇਹ ਭਰ ਦਿਓ, -ਇਨਫਿਨਿਟੀ ਤੋਂ 0 1/√2 ਪਾਈ, ਇੱਥੇ ਆ ਜਾਊਗਾ ਸਿਗਮਾ e ਦੀ -1/2, ਇੱਥੇ ਆ ਜਾਊਗਾ ਜੈਡ ਸਕੇਅਰ ਡੀ ਐਕਸ ਦੀ ਵੈਲਿਊ ਕੀ ਆਊਗੀ, ਸਿਗਮਾ ਡੀ ਜ਼ੈਡ, ਠੀਕ ਆ। ਇਹ ਕਰਕੇ ਦੇਖ ਲਿਓ, ਡੀ ਐਕਸ ਬਾਏ ਸਿਗਮਾ ਕੀ ਬਣਦਾ, ਡੀ ਜ਼ੈਡ ਬਣਦਾ। ਇਹਦਾ ਡੈਰੀਵੇਟਿਵ ਕਰ ਦਿਓ ਬੋਥ ਸਾਈਡ, ਤਾਂ ਡੀ ਐਕਸ ਸਿਗਮਾ ਡੀ ਜ਼ੈਡ, ਸਿਗਮਾ ਨਾਲ ਇਹ ਕੈਂਸਲ ਹੋ ਗਿਆ, ਠੀਕ ਆ। ਅੱਛਾ ਹੁਣ ਜੇ ਗੌਰ ਨਾਲ ਦੇਖੋ, ਇਹਦੀ ਵੈਲਿਊ ਆ ਜਿਹੜੀ ਕਿੰਨੀ ਬਣਦੀ ਆ,
ਮਾਈਨਸ ਇਨਫਿਨਿਟੀ ਤੋਂ 0 1/√2 ਪਾਈ ਈ ਦੀ ਮਾਈਨਸ 1/z²। ਅੱਛਾ ਹੁਣ ਇਹਦੇ 'ਚ ਰਾਜੇ ਇਹਦੀ ਵੈਲਿਊ ਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ dz ਆ ਨਾ ਇੱਥੇ 1/√2